1965 ਵਿੱਚ ਜਦੋਂ ਲੜਾਈ ਹੋਈ ਹੈ ਤਾਂ ਉਸ ਵਕਤ ਪਾਕਿਸਤਾਨ ਦੇ ਵੱਲੋਂ ਜਿਹੜੇ ਜਹਾਜ਼ਾਂ ਤੋਂ ਬੰਬ ਇੱਥੇ ਸੁੱਟੇ ਗਏ ਆ ਤੇ ਪਾਕਿਸਤਾਨ ਆਪਣੇ ਪਾਇਲਟ ਨੂੰ ਪੁੱਛਦਾ ਹੈ ਵੀ 에ਅਰਪੋਰਟ ਜਿੱਥੇ ਬੰਬਬਾਰੀ ਕਰਕੇ ਆਏ ਉਹ ਉਡਾ ਦਿੱਤਾ ਗਿਆ ਹੈ। ਤਾਂ ਪਾਇਲਟ ਨੇ ਇੱਕ ਚੀਜ਼ ਆਖੀ ਕਿ ਨਕਸ਼ੇ ਦੇ ਮੁਤਾਬਕ ਮੈਂ ਬੰਬ ਸੁੱਟ ਆਇਆ, ਪਰ ਜਦੋਂ ਮੈਂ ਥੱਲੇ ਵੇਖਦਾ ਸਾਂ ਮੈਨੂੰ ਤਾਂ ਸਿਰਫ ਪਾਣੀ ਪਾਣੀ ਨਜ਼ਰ ਆਉਂਦਾ ਸੀਗਾ। ਇਦੋਂ 에ਅਰਪੋਰਟ ਦੇ ਮਗਰਲੇ ਪਾਸੇ ਪਿੰਡ ਝੰਜੋਟੀ ਹੈ, ਸਾਡੀ ਇੰਡੀਆ ਦੀ ਫੌਜ ਨੇ ਪਾਕਿਸਤਾਨ ਦਾ ਜਹਾਜ਼ ਜਿਹੜਾ ਸੀਗਾ ਉਹ ਥੱਲੇ ਡੇਗ ਲਿਆ ਔਰ ਉਸ ਵਕਤ ਜਿਹੜਾ ਪਾਇਲਟ ਸੀਗਾ ਉਹਦੀ ਜਾਨ ਬਚ ਗਈ। ਉਸ ਨੂੰ ਫੜਿਆ ਗਿਆ ਤੇ ਸਾਡੇ ਆਮ ਲੋਕਾਂ ਨੇ ਪੁੱਛਿਆ ਉਸ ਨੂੰ, ਤਾਂ ਉਸ ਨੇ ਦੱਸਿਆ, ਕਹਿਣ ਲੱਗਾ ਵੀ ਮੈਂ ਬੰਬ ਤੇ ਇੱਥੇ ਸੁੱਟਦਾ ਸਾਂ ਪਰ ਮੈਨੂੰ ਦਿਸਦਾ ਕੁਝ ਨਹੀਂ ਸੀ ਥੱਲੇ। ਦੂਜੀ ਗੱਲ, ਜਿੰਨੇ ਵੀ ਪਾਕਿਸਤਾਨ ਨੇ ਇੱਥੇ ਬੰਬ ਸੁੱਟੇ ਉਹਨਾਂ ਵਿੱਚੋਂ ਇੱਕ ਵੀ ਨਹੀਂ ਚੱਲਿਆ। ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੀ ਇਹੋ ਜਿਹੀ ਕਲਾ ਵਰਤੀ। ਦਿੱਲੀ ਹੈੱਡਕੁਆਟਰ ਤੋਂ ਅਫਸਰ ਜਦੋਂ ਉਹਨਾਂ ਦੇ ਇਨਕੁਆਇਰੀ ਕਰਨ ਵਾਸਤੇ ਆਉਂਦਾ ਹੈ, ਆਉਂਦਿਆਂ ਨੂੰ ਕੀ ਵੇਖਦਾ ਕਿ 5 ਜਹਾਜ਼ ਜਿਹੜੇ ਹਨ ਉਹ ਉਡਾਨ ਭਰਨ ਵਾਸਤੇ ਤਿਆਰ ਹਨ। ਅਫਸਰ ਪੁੱਛਦਾ ਹੈ ਜਿਹੜਾ ਤੁਸੀਂ ਸਥਾਨ ਬਣਾ ਕੇ ਇਹ ਬਹੁਤ ਵੱਡਾ ਪਾਪ ਕੀਤਾ, ਸਾਨੂੰ ਸਥਾਨ ਵਿਖਾ ਲਓ। ਜਦੋਂ ਅਫਸਰ ਸਥਾਨ ਵੇਖਣ ਜਾਂਦਾ ਹੈ ਤੇ 5 ਜਹਾਜ਼ਾਂ ਦੇ ਪਾਇਲਟ ਸਮੇਤ ਸਮੂਹ ਮੁਲਾਜ਼ਮ ਜਿਹੜੇ ਹਨ ਉਸ ਸਥਾਨ ਤੇ ਨਤਮਸਤਕ ਹੋਣ ਵਾਸਤੇ ਜਾ ਰਹੇ ਹੁੰਦੇ ਨੇ। ਅੱਗੇ ਸਟਾਫ ਜਾ ਰਿਹਾ, ਪਿੱਛੇ ਅਫਸਰ ਤੇ ਭਾਈ ਪ੍ਰੀਤਮ ਸਿੰਘ ਸ਼ੇਖੋਂ ਸਾਹਿਬ ਜਾ ਰਹੇ ਹਨ। ਇੱਥੇ ਬਹੁਤ ਆਸਥਾ ਹੈ ਸਮੂਹ ਸੰਗਤਾਂ ਦੀ, ਕਿਉਂਕਿ ਸਾਧ ਸੰਗਤ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਸਾਨੂੰ ਲੋਕ ਦੇ ਸੁੱਖ ਵੀ ਚਾਹੀਦੇ ਹੈ ਤੇ ਪਰਲੋਕ ਦੇ ਸੁੱਖ ਵੀ ਚਾਹੀਦੇ ਹੈ। ਜਿਸ ਤਰ੍ਹਾਂ ਇਹਨਾਂ ਭਾਈ ਸਾਹਿਬ ਹੋਰਾਂ ਨੇ ਪੁੱਛਿਆ ਵੀ ਸੰਗਤਾਂ ਜਹਾਜ਼ ਲੈ ਕੇ ਆਉਂਦੀਆਂ, ਇਹ ਬੇਨਤੀ ਹੈ ਜਹਾਜ਼ ਲੈ ਕੇ ਆਉਣਾ ਸਾਡੀ ਰਹਿਤ ਮਰਿਆਦਾ ਤੇ ਕੜਾਹ ਪ੍ਰਸ਼ਾਦ ਦੀ ਦੇਖਦੀ ਹੈ, ਪਰ ਸੰਗਤ ਦੀ ਆਪਣੀ ਇੱਕ ਆਸਥਾ ਹੁੰਦੀ ਹੈ, ਉਹਦੇ ਭਾਵਨਾ ਦੇ ਮੁਤਾਬਕ ਆਉਂਦੀ ਹੈ। ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ 에ਅਰਪੋਰਟ ਆ। ਹੁਣ ਸੰਗਤ ਕਹਿੰਦੀ ਵੀ 에ਅਰਪੋਰਟ ਜਿਹੜਾ ਹੈ ਇਹ ਬਾਬਾ ਜਵੰਤ ਸਿੰਘ ਜੀ ਦੇ ਹੀ ਕੰਟਰੋਲ ਵਿੱਚ ਹੈ। ਇਹ ਸੰਗਤ ਨੂੰ ਵਿਸ਼ਵਾਸ ਆ ਵੀ ਵੀਜ਼ਾ ਵੀ ਸਾਨੂੰ ਇੱਥੋਂ ਹੀ ਮਿਲ ਜਾਣਾ, ਮਹਾਂਪੁਰਸ਼ਾਂ ਦੀ ਕਿਰਪਾ ਸਦਕਾ। ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਅਸੀਂ ਤੁਹਾਨੂੰ ਅੱਜ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ ਲੋਕ ਆਣ ਕੇ ਜਹਾਜ਼ ਚੜਾਉਂਦੇ ਨੇ ਔਰ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ। ਤੁਹਾਡੀ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨਾਲ ਗੱਲਬਾਤ ਕਰਾਉਂਦੇ ਹਾਂ ਔਰ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਂਦੇ ਹਾਂ ਕਿ ਲੋਕ ਇੱਥੇ ਜਹਾਜ਼ ਕਿਉਂ ਚੜਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਜਿਨ੍ਹਾਂ ਦਾ ਜਨਮ ਪਿੰਡ ਪੰਗਵਾ, ਮਾਤਾ ਖੇਮ ਕੌਰ ਜੀ, ਪਿਤਾ ਸਰਦਾਰ ਨੱਥਾ ਸਿੰਘ ਜੀ, 1880 ਈਸਵੀ 5 ਸਾਵਣ ਨੂੰ ਬਾਬਾ ਜੀ ਦਾ ਜਨਮ ਹੁੰਦਾ ਹੈ। ਬਾਬਾ ਜਵੰਤ ਸਿੰਘ ਜੀ ਦੇ 7 ਸਾਲਾਂ ਦੇ ਉਮਰ ਦੇ ਵਿੱਚ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਹਨ। ਮਾਤਾ ਜੀ ਇੱਕ ਜ਼ਿੰਮੇਵਾਰੀ ਨਿਭਾਉਂਦੇ ਹਨ, ਗੁਰਮੁਖੀ ਅੱਖਰਾਂ ਤੋਂ ਜਾਣੂ ਕਰਵਾ ਕੇ ਚੰਗੇ ਅਖੰਡ ਪਾਠੀ ਤੇ ਚੰਗੇ ਕੀਰਤਨੀਏ ਬਣਾਉਂਦੇ ਹਨ। ਬਾਬਾ ਜਵੰਤ ਸਿੰਘ ਜੀ ਦੀ 17 ਸਾਲ ਦੀ ਉਮਰ ਵਿੱਚ ਆਨੰਦ ਕਾਰਜ ਹੁੰਦਾ ਹੈ। ਮਰੜ ਪਿੰਡ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਸਰਦਾਰ ਗੰਡਾ ਸਿੰਘ ਤੇ ਇਹਨਾਂ ਦੀ ਸਪੁੱਤਰੀ ਬੀਬੀ ਈਸ਼ਰ ਕੌਰ ਜੀ ਬਾਬਾ ਜੀ ਦੀ ਜ਼ਿੰਦਗੀ ਵਿੱਚ ਆਉਂਦੇ ਹਨ। ਬਾਬਾ ਜੀਆਂ ਨੂੰ ਜੋ ਨੌਕਰੀ ਦਾ ਪ੍ਰਬੰਧ ਹੈ, ਸਰਦਾਰ ਗੰਡਾ ਸਿੰਘ ਜੀ ਦਿੱਲੀ ਪੁਲਿਸ ਵਿੱਚ ਉਹਨਾਂ ਨੂੰ ਭਰਤੀ ਕਰਾਉਂਦੇ ਹਨ। ਨੌਕਰੀ ਦੇ ਦਰਮਿਆਨ ਬਾਬਾ ਜੀ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਔਰ ਰੋਜ਼ਾਨਾ ਹੀ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਦਿੱਲੀ ਚਾਂਦਨੀ ਚੌਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸੀਸਗੰਜ ਸਾਹਿਬ, ਬਾਬਾ ਜਵੰਤ ਸਿੰਘ ਜੀ ਉੱਥੇ ਕੀਰਤਨ ਕਰਿਆ ਕਰਦੇ ਸਨ। ਉਸ ਤੋਂ ਬਾਅਦ ਬਾਬਾ ਜੀ ਰਾਵਲਪਿੰਡੀ ਆ ਜਾਂਦੇ, ਸਰਦਾਰ ਬੂਟਾ ਸਿੰਘ ਠੇਕੇਦਾਰ ਕੁਝ ਸਮਾਂ ਕੀਰਤਨ ਦੁਆਰਾ ਸੰਗਤ ਨੂੰ ਗੁਰਮਤਿ ਤੋਂ ਜਾਣੂ ਕਰਵਾਉਂਦੇ ਹਨ। ਸਾਰਾ ਗੜੀ ਫਿਰੋਜ਼ਪੁਰ ਜੋ ਗੁਰਦੁਆਰਾ ਸਾਹਿਬ ਹੈ, ਫਿਰ ਬਾਬਾ ਜੀ ਇੱਥੇ ਆਉਂਦੇ ਹਨ। ਬਾਬਾ ਆਨੰਦ ਸਿੰਘ ਜੀ ਦੇ ਨਾਲ ਮਹਾਂਪੁਰਸ਼ਾਂ ਦਾ ਮਿਲਾਪ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਰੋਜ਼ਾਨਾ ਹੀ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਨਿਤਨੇਮ ਰੋਜ਼ ਦਾ ਨਿਯਮ ਨਿਭਾਇਆ ਕਰਦੇ ਸਨ। ਮਨ ਦਾ ਸੰਕਲਪ ਸੀਗਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੱਖ ਤੌਰ ਤੇ ਦਰਸ਼ਨ ਕੀਤੇ। ਉਹਨਾਂ ਦੀ ਲਿਖਤ ਦੇ ਮੁਤਾਬਕ ਇਹੀ ਹੈ ਕਿ ਮਹਾਂਪੁਰਸ਼ਾਂ ਨੇ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਜਿਹੜੇ ਸਨ ਉਹ ਆਪਣੇ ਇਹਨਾਂ ਸਥੂਲ ਨੇਤਰਾਂ ਦੇ ਨਾਲ ਕਰਨਾ ਕੀਤੇ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਇਸ ਸ਼ਬਦ ਦਾ ਕੀਰਤਨ ਜਦੋਂ ਸਮਾਪਤ ਹੋਇਆ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ
ਪ੍ਰਤੱਖ ਤੌਰ ਤੇ ਮਹਾਂਪੁਰਸ਼ਾਂ ਨੂੰ ਦਰਸ਼ਨ ਦਿੱਤੇ। ਔਰ ਜੋ ਮੰਗ ਸੀਗੀ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਸਰੀਰ ਦੇ ਅੰਦਰ ਸਵਾਸ ਹਨ, ਜਿੰਨਾ ਸਮਾਂ ਕੀਰਤਨ ਕਰੀਏ ਸੁਣੀਏ, ਉਹਨਾਂ ਸਮਾਂ ਆਪ ਜੀ ਹਰ ਵਕਤ ਅੰਗ ਸੰਗ ਤੇ ਫਿਰ ਸਰੀਰ ਤਿਆਗਣ ਤੋਂ ਬਾਅਦ ਆਪ ਜੀ ਦੀ ਗੋਦ ਪ੍ਰਾਪਤ ਹੋ ਜਾਵੇ। ਬਾਬਾ ਜਵੰਤ ਸਿੰਘ ਜੀ ਇਸ ਸਥਾਨ ਤੇ ਜੋ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਰਾਜਾ ਸਾਂਸੀ ਹੈ, ਜਿੱਥੇ ਬਾਬਾ ਜਵੰਤ ਸਿੰਘ ਜੀ ਸਰਦਾਰਾਂ ਦੇ ਗ੍ਰਹਿ ਦੇ ਵਿੱਚ ਆ ਕੇ ਸਾਧ ਸੰਗਤ ਜੀ ਉਹਨਾਂ ਨੇ ਕੀਰਤਨ ਕੀਤਾ। ਸਰਦਾਰਾਂ ਨੇ ਪੁੱਛਿਆ ਸੀਗਾ, ਬੇਨਤੀ ਕੀਤੀ ਸੀ ਮਹਾਂਪੁਰਸ਼ੋ ਚਰਨ ਪਾਓ। ਉਹਨਾਂ ਨੇ ਆ ਕੇ ਇਲਾਹੀ ਬਾਣੀ ਦੇ ਕੀਰਤਨ ਕੀਤੇ। ਇਹ ਜੋ ਅਸਥਾਨ ਹੈ, ਇਹ ਅਸਥਾਨ ਉਹਨਾਂ ਨੇ ਭੇਟਾ ਵਜੋਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ। ਇਹ ਜ਼ਮੀਨ ਰਜਿਸਟਰੀ ਹੈ ਬਾਬਾ ਜੀ ਦੇ ਨਾਮ ਦੇ ਉੱਪਰ। ਉਸ ਤੋਂ ਬਾਅਦ ਫਿਰ ਇੱਥੇ ਏਅਰਪੋਰਟ ਬਣਦਾ ਹੈ, ਅੰਤਰਰਾਸ਼ਟਰੀ ਏਅਰਪੋਰਟ। ਇੱਥੇ ਕੁਝ ਰੁਕਾਵਟਾਂ ਪਈਆਂ ਕਿਉਂਕਿ ਕੁਝ ਪ੍ਰਬੰਧ ਇਸ ਤਰ੍ਹਾਂ ਦੇ ਸਨ ਜਿੱਥੇ ਆਮ ਬੰਦਾ ਜਾਣ ਤੋਂ ਇਹ ਜਿਹੜੇ ਅਫਸਰ ਲੋਕ ਸਨ ਉਹ ਝੱਕਦੇ ਸਨ। ਉਹਨਾਂ ਨੇ ਰੋਕਿਆ ਕਿ ਇਸ ਸਥਾਨ ਦੇ ਉੱਤੇ ਆਮ ਕੋਈ ਵੀ ਨਾ ਆਵੇ। ਤਾਂ ਉਸ ਵਕਤ ਜਦੋਂ ਰੁਕਾਵਟ ਪਈ ਹੈ, ਇਹਨਾਂ ਦੇ ਸਾਰੇ ਕੰਮ ਵੀ ਰੁਕ ਗਏ ਹਨ। ਫਿਰ ਇਹਨਾਂ ਨੇ ਹੱਥ ਜੋੜ ਕੇ ਆਖਿਆ ਵੀ ਤੁਸੀਂ ਉਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਸਥਾਨ ਤੇ ਆਇਆ ਕਰੋ। ਇਹ ਮੇਲੇ, ਜੋੜ ਮੇਲੇ ਇਸੇ ਤਰ੍ਹਾਂ ਫਿਰ ਇੱਥੇ ਲੱਗਦੇ ਰਹੇ ਹਨ। 1965 ਵਿੱਚ ਜਦੋਂ ਲੜਾਈ ਹੋਈ ਹੈ ਤਾਂ ਉਸ ਵਕਤ ਪਾਕਿਸਤਾਨ ਦੇ ਵੱਲੋਂ ਜਿਹੜੇ ਜਹਾਜ਼ਾਂ ਤੋਂ ਬੰਬ ਇੱਥੇ ਸੁੱਟੇ ਗਏ ਆ ਤੇ ਪਾਕਿਸਤਾਨ ਆਪਣੇ ਪਾਇਲਟ ਨੂੰ ਪੁੱਛਦਾ ਹੈ ਵੀ ਏਅਰਪੋਰਟ ਜਿੱਥੇ ਬੰਬਬਾਰੀ ਕਰਕੇ ਆਏ ਉਹ ਉਡਾ ਦਿੱਤਾ ਗਿਆ ਹੈ। ਤਾਂ ਪਾਇਲਟ ਨੇ ਇੱਕ ਚੀਜ਼ ਆਖੀ ਕਿ ਨਕਸ਼ੇ ਦੇ ਮੁਤਾਬਕ ਮੈਂ ਬੰਬ ਸੁੱਟ ਆਇਆ, ਪਰ ਜਦੋਂ ਮੈਂ ਥੱਲੇ ਵੇਖਦਾ ਸਾਂ ਮੈਨੂੰ ਤਾਂ ਸਿਰਫ ਪਾਣੀ ਪਾਣੀ ਨਜ਼ਰ ਆਉਂਦਾ ਸੀਗਾ। ਇਦੋਂ ਏਅਰਪੋਰਟ ਦੇ ਮਗਰਲੇ ਪਾਸੇ ਪਿੰਡ ਝੰਜੋਟੀ ਹੈ। ਸਾਡੀ ਇੰਡੀਆ ਦੀ ਫੌਜ ਨੇ ਪਾਕਿਸਤਾਨ ਦਾ ਜਹਾਜ਼ ਜਿਹੜਾ ਸੀਗਾ ਉਹ ਥੱਲੇ ਡੇਗ ਲਿਆ ਔਰ ਉਸ ਵਕਤ ਜਿਹੜਾ ਪਾਇਲਟ ਸੀਗਾ ਉਹਦੀ ਜਾਨ ਬਚ ਗਈ। ਉਸ ਨੂੰ ਫੜਿਆ ਗਿਆ ਤੇ ਸਾਡੇ ਆਮ ਲੋਕਾਂ ਨੇ ਪੁੱਛਿਆ ਉਸ ਨੂੰ, ਤਾਂ ਉਸ ਨੇ ਦੱਸਿਆ, ਕਹਿਣ ਲੱਗਾ ਵੀ ਮੈਂ ਬੰਬ ਤੇ ਇੱਥੇ ਸੁੱਟਦਾ ਸਾਂ ਪਰ ਮੈਨੂੰ ਦਿਸਦਾ ਕੁਝ ਨਹੀਂ ਸੀ ਥੱਲੇ। ਦੂਜੀ ਗੱਲ, ਜਿੰਨੇ ਵੀ ਪਾਕਿਸਤਾਨ ਨੇ ਇੱਥੇ ਬੰਬ ਸੁੱਟੇ ਉਹਨਾਂ ਵਿੱਚੋਂ ਇੱਕ ਵੀ ਨਹੀਂ ਚੱਲਿਆ। ਸਾਰੇ ਦੇ ਸਾਰੇ ਬੰਬ ਜਿਹੜੇ ਹਨ, ਇੱਕ ਵੀ ਉਹਨਾਂ ਦੇ ਵਿੱਚੋਂ ਬੰਬ ਇੱਥੇ ਨਹੀਂ ਚੱਲਿਆ। ਨਾ ਕਿਸੇ ਦਾ ਜਾਨੀ ਨੁਕਸਾਨ ਹੋਇਆ, ਨਾ ਮਾਲੀ ਨੁਕਸਾਨ ਹੋਇਆ। ਉਸ ਤੋਂ ਬਾਅਦ ਇੱਥੇ ਅਫਸਰ ਆਏ ਸਨ ਸਰਦਾਰ ਪ੍ਰੀਤਮ ਸਿੰਘ ਜੀ ਸ਼ੇਖੋ ਸਾਹਿਬ। ਉਹਨਾਂ ਨੇ ਬੜੀ ਪ੍ਰੇਮ ਭਾਵਨਾ ਸਹਿਤ ਸੇਵਾ ਕੀਤੀ। ਉਹਨਾਂ ਨੇ ਆਪ ਇੱਕ ਗੱਲ ਦੱਸੀ, ਕਹਿੰਦੇ ਵੀ ਸਾਡੇ ਤੋਂ ਪਹਿਲਾਂ ਇੱਕ ਅਫਸਰ ਆਇਆ ਸੀਗਾ, ਉਹ ਬਾਬਾ ਜੀ ਦਾ ਜਿਹੜਾ ਸਥਾਨ ਬਣਿਆ ਜਿੱਥੇ ਸੰਸਕਾਰ ਕੀਤਾ ਸੀ, ਇਸ ਸਥਾਨ ਨੂੰ ਲੱਤ ਮਾਰ ਕੇ ਉਹ ਕਹਿੰਦਾ ਵੀ ਇਹ ਢਾਹ ਦਿਓ, ਤੁਸੀਂ ਆਮ ਪਬਲਿਕ ਵਾਸਤੇ ਬੜਾਵਾ ਦੇ ਰਹੇ ਹੋ, ਅਸੀਂ ਰੋਕਣਾ ਚਾਹੁੰਦੇ ਹਾਂ, ਤੁਸੀਂ ਬੜਾਵਾ ਦੇ ਰਹੇ ਹੋ। ਜਿਹੜਾ ਠੇਕੇਦਾਰ ਉਹਨੂੰ ਹੁਕਮ ਕਰ ਗਿਆ ਵੀ ਇਸ ਥਾਂ ਨੂੰ ਢਾਹ ਦਿਓ। ਠੇਕੇਦਾਰ ਨੂੰ ਰਾਤ ਸੁਪਨਾ ਆਇਆ ਵੀ ਤੂੰ ਇਹ ਥਾਂ ਨਹੀਂ ਢਾਉਣਾ, ਤੇਰਾ ਵਿਗੜੇਗਾ ਕੁਝ ਨਹੀਂ। ਠੇਕੇਦਾਰ ਨੇ ਉਸੇ ਤਰ੍ਹਾਂ ਜਾ ਕੇ ਦੱਸ ਦਿੱਤਾ ਉਸ ਅਫਸਰ ਨੂੰ ਵੀ ਮੇਰੇ ਵੱਸ ਦੀ ਗੱਲ ਨਹੀਂ ਹੈ। ਜਿਹੜੀ ਉਹਨੇ ਲੱਤ ਮਾਰੀ ਹੈ ਉਸੇ ਲੱਤ ਦੇ ਵਿੱਚ ਦਰਦ ਹੋਣ ਲੱਗ ਪਈ। ਬਹੁਤ ਦਵਾਈ ਖਾਧੀ ਹੈ ਪਰ ਉਹ ਕਿਤੋਂ ਵੀ ਆਰਾਮ ਨਾ ਆਇਆ। ਕਿਸੇ ਗੁਰਮੁਖ ਪਿਆਰੇ ਨੇ ਗੱਲਾਂ ਗੱਲਾਂ ਵਿੱਚ ਕਿਤੇ ਪੁੱਛ ਲਿਆ ਜਾਂ ਆਪ ਹੀ ਦੱਸ ਬੈਠਾ, ਕਈ ਵਾਰ ਬੰਦਾ ਆਪਣੀ ਗਲਤੀ ਜਿਹੜੀ ਹੈ ਰੱਬ ਵੱਲੋਂ ਹੀ ਪ੍ਰਗਟ ਹੋ ਜਾਂਦੀ ਹੈ। ਤਾਂ ਉਸ ਨੇ ਆਖਿਆ ਵੀ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਤੁਸੀਂ ਅਰਦਾਸ ਕਰਾਓ ਜਾ ਕੇ। ਉਹਨੇ ਆ ਕੇ ਅਰਦਾਸ ਕਰਵਾਈ ਤੇ ਉਸ ਦੀ ਜਿਹੜੀ ਦਰਦ ਆ ਉਹ ਸਦਾ ਵਾਸਤੇ ਖਤਮ ਹੋ ਗਈ। ਬਿਲਕੁਲ ਸਰੀਰ ਉਸੇ ਤਰ੍ਹਾਂ ਨਵਾਂ ਨਰੋਆ। ਆਪੋ ਆਪਣੀ ਸ਼ਰਧਾ ਹੈ, ਮਾਨਸਿਕ ਤਲ ਤੇ ਕਿਸੇ ਦੀ ਕਿਸੇ ਤਰੀਕੇ ਦੀ ਸੋਚਣੀ ਹੈ, ਕਿਸੇ ਦੀ ਕਿਸੇ ਤਰੀਕੇ ਦੀ ਹੈ। ਪਰ ਸਰਦਾਰ ਪ੍ਰੀਤਮ ਸਿੰਘ ਸ਼ੇਖੋਂ ਸਾਹਿਬ ਜਿਹੜੇ ਸਨ ਉਹਨਾਂ ਦੀ ਸੋਚ ਬੜੀ ਪਵਿੱਤਰ ਸੀ। ਉਹ ਇਸ ਸਥਾਨ ਨੂੰ ਬੜੇ ਸਮਰਪਿਤ ਸਨ। ਜਿੰਨੀ ਵੀ ਸੇਵਾ ਹੋਈ ਹੈ, ਬਹੁ ਗਿਣਤੀ ਵਿੱਚ ਸੇਵਾ ਉਹਨਾਂ ਦੇ ਸਮੇਂ ਵਿੱਚ ਹੋਈ ਹੈ। ਉਹਨਾਂ ਨੇ ਇਹ ਜਿਹੜਾ ਸਰੋਵਰ ਹੈ, ਇੱਥੇ ਪਹਿਲਾਂ ਛਪੜੀ ਸੀਗੀ, ਸਰੋਵਰ ਦਾ ਰੂਪ ਦਿੱਤਾ। ਜਦੋਂ ਸਰੋਵਰ ਦਾ ਰੂਪ ਦਿੱਤਾ ਹੈ, ਲੰਗਰ ਹਾਲ ਬਣ ਗਏ ਤੇ ਉਹਨਾਂ ਦੀ ਸ਼ਿਕਾਇਤ ਜਿਹੜੀ ਹੈ ਦਿੱਲੀ ਹੈੱਡਕੁਆਟਰ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦੇ ਵਾਰੰਟ ਜਾਰੀ ਹੁੰਦੇ, ਇੱਕ ਚਿੱਠੀ ਉਹਨਾਂ ਨੂੰ ਮਿਲਦੀ ਹੈ। ਚਿੱਠੀ ਤੋਂ ਉਹਨਾਂ ਨੇ ਪੜ੍ਹ ਕੇ ਹਿਸਾਬ ਲਾ ਲਿਆ ਵੀ ਮੇਰੀ ਨੌਕਰੀ ਵੀ ਜਾਂਦੀ ਰਹੇਗੀ ਤੇ ਮੈਨੂੰ ਵਾਧੂ ਸਜ਼ਾ ਵੀ ਮਿਲੇਗੀ। ਜਦੋਂ ਚਿੱਠੀ ਪੜ੍ਹੀ ਹੈ, ਪਾਣੀਓ ਪਾਣੀ ਹੋ ਗਿਆ ਇੱਕ ਵਾਰ, ਪਰ ਉਸ ਨੂੰ ਵਿਸ਼ਵਾਸ ਸੀਗਾ ਮਹਾਂਪੁਰਸ਼ਾਂ ਦੇ ਉੱਪਰ। ਉਸੇ ਵਕਤ ਦੋਨੋਂ ਜੀ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਆਉਂਦੇ ਨੇ, ਆ ਕੇ ਅਰਦਾਸ ਕਰਦੇ ਹਨ, ਸੱਚੇ ਪਾਤਸ਼ਾਹ ਰੁਜ਼ਗਾਰ ਵੀ ਬਚ ਜਾਵੇ ਤੇ ਮੈਂ ਸੇਵਾ ਦੇ ਕਾਰਨ ਤੇ ਸਤਿਕਾਰ ਮਿਲਦਾ, ਪਰ ਸੇਵਾ ਦੇ ਕਾਰਨ ਮੈਂ ਕਿਤੇ ਦੋਸ਼ੀ ਨਾ ਠਹਿਰਾਇਆ ਜਾਵਾਂ। ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੀ ਇਹੋ ਜਿਹੀ ਕਲਾ ਵਰਤੀ। ਦਿੱਲੀ ਹੈੱਡਕੁਆਟਰ ਤੋਂ ਅਫਸਰ ਜਦੋਂ ਉਹਨਾਂ ਦੇ ਇਨਕੁਆਇਰੀ ਕਰਨ ਵਾਸਤੇ ਆਉਂਦਾ ਹੈ, ਆਉਂਦਿਆਂ ਨੂੰ ਕੀ ਵੇਖਦਾ ਕਿ 5 ਜਹਾਜ਼ ਜਿਹੜੇ ਹਨ ਉਹ ਉਡਾਨ ਭਰਨ ਵਾਸਤੇ ਤਿਆਰ ਬਰ ਤਿਆਰ ਹਨ।
ਅਫਸਰ ਪੁੱਛਦਾ ਹੈ ਜਿਹੜਾ ਤੁਸੀਂ ਸਥਾਨ ਕਰ ਬਣਾ ਕੇ ਇਹ ਬਹੁਤ ਵੱਡਾ ਪਾਪ ਕੀਤਾ, ਸਾਨੂੰ ਸਥਾਨ ਵਿਖਾ ਲਓ। ਜਦੋਂ ਅਫਸਰ ਸਥਾਨ ਵੇਖਣ ਜਾਂਦਾ ਹੈ ਤੇ 5 ਜਹਾਜ਼ਾਂ ਦੇ ਪਾਇਲਟ ਸਮੇਤ ਸਮੂਹ ਮੁਲਾਜ਼ਮ ਜਿਹੜੇ ਹਨ ਉਸ ਸਥਾਨ ਤੇ ਨਤਮਸਤਕ ਹੋਣ ਵਾਸਤੇ ਜਾ ਰਹੇ ਹੁੰਦੇ ਨੇ। ਅੱਗੇ ਅੱਗੇ ਸਟਾਫ ਜਾ ਰਿਹਾ, ਪਿੱਛੇ ਪਿੱਛੇ ਅਫਸਰ ਤੇ ਭਾਈ ਪ੍ਰੀਤਮ ਸਿੰਘ ਸ਼ੇਖੋਂ ਸਾਹਿਬ ਜਾ ਰਹੇ ਹਨ। ਆਪਣੇ ਨੇਤਰਾਂ ਦੇ ਨਾਲ ਉਹ ਅਫਸਰ ਵੇਖਦਾ ਹੈ 5 ਪਾਇਲਟ ਸਮੂਹ ਆਪਣੇ ਸਟਾਫ ਦੇ ਮੁਤਾਬਕ ਮਹਾਂਪੁਰਸ਼ਾਂ ਦੇ ਅਸਥਾਨ ਤੇ ਨਤਮਸਤਕ ਹੁੰਦੇ ਨੇ। ਸ਼ਰਧਾ ਭਾਵਨਾ ਸਹਿਤ ਅਰਦਾਸ ਕਰਦੇ ਨੇ ਸਫ਼ਰ ਦੇ ਵਿੱਚ ਅੰਗ ਸੰਗ ਸਹਾਇਤਾ ਦੀ। ਉਸ ਤੋਂ ਬਾਅਦ ਉਹ ਅਫਸਰ ਪੁੱਛਦਾ ਹੈ ਜਿਹੜਾ ਤੁਸੀਂ ਜਲ ਇਕੱਤਰ ਕਰਨ ਦਾ ਥਾਂ ਬਣਾਇਆ ਹੈ, ਵੱਡਾ ਦੋਸ਼ ਉਹ ਹੈ, ਸਾਨੂੰ ਉਹ ਵਿਖਾ ਲਓ ਜਾ ਕੇ। ਤੇ ਜਦੋਂ ਉਹ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਨ ਵਾਸਤੇ ਅਫਸਰ ਆਉਂਦਾ ਹੈ, ਅੱਗੇ ਅੱਗੇ 5 ਪਾਇਲਟ ਤੇ ਸਮੂਹ ਸਟਾਫ ਆ ਰਿਹਾ ਹੈ। ਅੰਮ੍ਰਿਤ ਸਰੋਵਰ ਦੇ ਵਿੱਚੋਂ ਨਾਲੇ 5 ਇਸ਼ਨਾਨਾਂ ਕਰਦੇ ਨੇ, ਸੀਸ ਦੇ ਉੱਤੇ ਜਲ ਪਾਉਂਦੇ ਨੇ, ਆਪਣੇ ਮੁੱਖ ਦੇ ਵਿੱਚ ਅੰਮ੍ਰਿਤ ਸਰੋਵਰ ਦਾ ਜਲ ਪਾਉਂਦੇ ਨੇ। ਉਸ ਅਫਸਰ ਦੇ ਮਨ ਤੇ ਇੰਨਾ ਅਸਰ ਪੈਂਦਾ ਜਾਂ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੀ ਕਲਾ ਵਰਤਦੀ ਹੈ। ਉਹ ਆਪਣੀ ਇਨਕੁਆਰੀ ਰਿਪੋਰਟ ਦੇ ਵਿੱਚ ਜੋ ਲਿਖ ਕੇ ਖੜਦਾ ਹੈ ਕਿ ਸਾਹਿਬ ਉਹ ਸਰੋਵਰ ਜੋ ਹੈ ਉਹ ਬਿਲਕੁਲ ਜਹਾਜ਼ ਦੀ ਪੱਟੀ ਦੇ ਨੇੜੇ ਹੈ। ਕੱਲ੍ਹ ਨੂੰ ਕੋਈ ਭਾਣਾ ਅੱਗ ਦਾ ਵਾਪਰ ਜਾਵੇ ਤੇ ਉੱਥੋਂ ਜਲ ਲੈ ਕੇ ਵਰਤਿਆ ਜਾ ਸਕਦਾ ਤੇ ਇਨਸਾਨੀ ਜਾਨਾਂ ਬਚਾਈਆਂ ਜਾ ਸਕਦੀਆਂ। ਸਰਦਾਰ ਸ਼ੇਖੋਂ ਸਾਹਿਬ ਜੀ ਦਾ ਕਿਸੇ ਪ੍ਰਕਾਰ ਦਾ ਵੀ ਕੋਈ ਨੁਕਸਾਨ ਨਹੀਂ ਸੀ ਹੋਇਆ, ਭਾਵੇਂ ਇਨਕੁਆਰੀ ਕਰਾਉਣ ਵਾਸਤੇ ਆਏ। ਅੱਜ ਵੀ 1-2 ਨਹੀਂ ਹੁਣ ਵੀ ਲੋਕਡਾਊਨ ਦੇ ਕਾਰਨ ਬੰਦ ਸੀਗਾ ਸਾਧ ਸੰਗਤ ਜੀ ਏਅਰਪੋਰਟ ਪਹਿਲਾਂ, ਕਿਉਂਕਿ ਇਹ ਵਿਚਾਰਾਂ ਚੱਲ ਰਹੀਆਂ ਸਨ 26 ਜੂਨ ਨੂੰ ਗੇਟ ਖੁੱਲ੍ਹਣਾ ਸੀਗਾ। ਗੇਟ ਖੁੱਲ੍ਹ ਗਿਆ, ਪਰ ਗੇਟ ਖੁੱਲ੍ਹਣ ਤੋਂ ਪਹਿਲਾਂ ਇੱਕ ਅੰਦਾਜ਼ਾ ਜਿਹਾ ਲਾਇਆ ਜਾ ਰਿਹਾ ਸੀਗਾ। ਨਵੇਂ ਅਫਸਰ ਆਏ ਸਨ, ਉਹਨਾਂ ਪੁੱਛਿਆ ਵੀ ਕਿੰਨੀ ਕੁ ਸੰਗਤ ਹੋ ਜਾਵੇਗੀ, 10,000। ਤੇ ਪ੍ਰਬੰਧਕ ਕਹਿੰਦੇ ਨਹੀਂ ਜੀ 10 ਨਹੀਂ, ਇਹਦੋਂ ਵੱਧ ਹੋਣੀ। ਕਹਿੰਦੇ 20,000, 50,000, ਕਹਿੰਦੇ ਨਹੀਂ ਇਹਦੋਂ ਵੱਧ ਹੋਵੇਗੀ। ਲੱਖ, ਕਹਿੰਦੇ ਨਹੀਂ ਇਹਦੋਂ ਵੀ ਵੱਧ ਹੋਵੇਗੀ। ਅਫਸਰ ਹੈਰਾਨ ਹੋ ਕੇ ਪੁੱਛਦਾ ਹੈ ਵੀ ਕਿੰਨੀ ਕੁ ਹੋ ਜਾਵੇਗੀ। ਤੇ ਅੱਗੋਂ ਉਹਨਾਂ ਨੇ ਪਹਿਲੇ ਤਜਰਬੇ ਦੇ ਮੁਤਾਬਕ ਦੱਸਿਆ ਕਿ ਪਹਿਲੇ ਅਫਸਰ ਜਿਹੜੇ ਸਨ ਜਦੋਂ ਉਹ ਸਰਵੇ ਕਰਦੇ ਸਨ ਨਾ ਮੇਲੇ ਤੋਂ ਬਾਅਦ, ਇੱਕ ਦਿਨ ਦੇ ਵਿੱਚ 8 ਤੋਂ ਲੈ ਕੇ 10 ਲੱਖ ਦੇ ਕਰੀਬ ਸੰਗਤ ਨਤਮਸਤਕ ਹੋਇਆ ਕਰਦੀ ਸੀ। ਇੰਨੀ ਕੁ ਹੋ ਸਕਦੀ ਹੈ। ਔਰ ਸਾਧ ਸੰਗਤ ਐਨ ਮੌਕੇ 'ਤੇ ਆ ਕੇ 30 ਜੂਨ ਨੂੰ ਗੇਟ ਬੰਦ ਹੋ ਜਾਂਦਾ ਹੈ। ਫਿਰ ਦੁਬਾਰਾ 1 ਜੂਨ ਨੂੰ ਗੇਟ ਖੁੱਲ੍ਹਦਾ ਸ਼ਾਮ ਨੂੰ, ਤੇ ਸ਼ਾਮ ਦੇ ਵਕਤ ਵੀ ਦਰਵਾਜ਼ਾ ਖੁੱਲ੍ਹਦਾ ਹੈ। 2 ਤਰੀਕ ਨੂੰ ਬਹੁਤ ਵਿਸ਼ਾਲ ਸੰਗਤਾਂ ਨਤਮਸਤਕ ਹੁੰਦੀਆਂ, ਜਿਹੜੀਆਂ 5, 6, 7 ਲੱਖ ਦੇ ਕਰੀਬ ਸੰਗਤ ਜਿਹੜੀ ਹੈ ਉਹ ਇਸ ਸਥਾਨ 'ਤੇ ਆ ਕੇ ਨਤਮਸਤਕ ਹੁੰਦੀ ਹੈ। ਇੱਥੇ ਬਹੁਤ ਆਸਥਾ ਹੈ ਸਮੂਹ ਸੰਗਤਾਂ ਦੀ, ਕਿਉਂਕਿ ਸਾਧ ਸੰਗਤ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਸਾਨੂੰ ਲੋਕ ਦੇ ਸੁੱਖ ਵੀ ਚਾਹੀਦੇ ਹੈ ਤੇ ਪਰਲੋਕ ਦੇ ਸੁੱਖ ਵੀ ਚਾਹੀਦੇ ਹੈ। ਜਿਸ ਤਰ੍ਹਾਂ ਇਹਨਾਂ ਭਾਈ ਸਾਹਿਬ ਹੋਰਾਂ ਨੇ ਪੁੱਛਿਆ ਵੀ ਸੰਗਤਾਂ ਜਹਾਜ਼ ਲੈ ਕੇ ਆਉਂਦੀਆਂ ਨੇ, ਇਹ ਬੇਨਤੀ ਹੈ ਜਹਾਜ਼ ਲੈ ਕੇ ਆਉਣਾ ਸਾਡੀ ਰਹਿਤ ਮਰਿਆਦਾ ਤੇ ਕੜਾਹ ਪ੍ਰਸ਼ਾਦ ਦੀ ਦੇਖਦੀ ਹੈ, ਪਰ ਸੰਗਤ ਦੀ ਆਪਣੀ ਆਪਣੀ ਇੱਕ ਆਸਥਾ ਹੁੰਦੀ ਹੈ, ਉਹਦੇ ਭਾਵਨਾ ਦੇ ਮੁਤਾਬਕ ਆਉਂਦੀ ਹੈ। ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਏਅਰਪੋਰਟ ਆ। ਹੁਣ ਸੰਗਤ ਕਹਿੰਦੀ ਵੀ ਏਅਰਪੋਰਟ ਜਿਹੜਾ ਹੈ ਇਹ ਬਾਬਾ ਜਵੰਤ ਸਿੰਘ ਜੀ ਦੇ ਹੀ ਕੰਟਰੋਲ ਵਿੱਚ ਹੈ। ਇਹ ਸੰਗਤ ਨੂੰ ਵਿਸ਼ਵਾਸ ਆ ਵੀ ਵੀਜ਼ਾ ਵੀ ਸਾਨੂੰ ਇੱਥੋਂ ਹੀ ਮਿਲ ਜਾਣਾ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ। ਔਰ ਸੱਚਮੁੱਚ ਇਸੇ ਤਰ੍ਹਾਂ ਹੋ ਵੀ ਜਾਂਦਾ ਸਾਧ ਸੰਗਤ। ਔਰ ਸੰਗਤਾਂ ਜਹਾਜ਼, ਉਹ ਫਿਰ ਮੇਰੀ ਬੇਨਤੀ ਹੈ ਕਿ ਸਾਡੀ ਕਿਤੇ ਮਰਿਆਦਾ ਵਿੱਚ ਨਹੀਂ ਲਿਖਿਆ ਵੀ ਜਹਾਜ਼ ਚਾਰਨਾ, ਮਰਿਆਦਾ ਵਿੱਚ ਕੜਾਹ ਪ੍ਰਸ਼ਾਦ ਹੀ ਦੇ ਗਿਆ, ਪਰ ਸੰਗਤਾਂ ਦੀ ਆਸਥਾ ਹੈ ਉਹਦੇ ਮੁਤਾਬਕ ਆਉਂਦੀਆਂ ਨੇ, ਉਹਨਾਂ ਦੀ ਭਾਵਨਾ ਦੇ ਮੁਤਾਬਕ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ। ਕੋਈ ਖਾਲੀ ਨਹੀਂ ਜਾਂਦਾ। ਇੱਕ ਭਾਵਨਾ ਬਣ ਜਾਵੇ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਦੇ ਅਰਦਾਸ ਉਹਨਾਂ ਦੀ ਵਿਅਰਥ ਨਹੀਂ ਹੁੰਦੀ। ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਧਿਆਵਣਾ। ਭਗਤ ਮਹਾਂਪੁਰਸ਼ ਬਾਬਾ ਜਵੰਤ ਸਿੰਘ ਇਸ ਸਥਾਨ 'ਤੇ ਚੌਂਕੜਾ ਲਾ ਕੇ ਬੈਠੇ ਹਨ। ਸਮੂਹ ਸੰਗਤ ਨੂੰ ਜੋ ਜਿੰਨੀ ਕੁ ਜਾਣਕਾਰੀ ਦੇਣ ਦਾ ਯਤਨ ਕੀਤਾ, ਗੁਰੂ ਸਾਹਿਬ ਜੀ ਦੀ ਕਿਰਪਾ, ਸੰਤ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦੀ ਬਖਸ਼ਿਸ਼ ਕੀਤੀ ਸੋਝੀ ਦੇ ਮੁਤਾਬਕ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਹੋਰ ਗੱਲ ਚਾਹਨਾ ਚਾਹਾਂਗੇ ਤੁਹਾਡੇ ਕੋਲ ਕਿ ਸੁਣਨ 'ਚ ਇਹ ਵੀ ਹੈ ਕਿ ਜਦ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਏਅਰਪੋਰਟ ਅਥਾਰਟੀਜ਼ ਨੇ ਉਹਨਾਂ ਨੇ ਵੀ ਕੋਈ ਮਨਾਹੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਬਾਅਦ ਵਿੱਚ ਜਿਹੜੇ ਪਾਇਲਟ ਆਉਂਦੇ ਸੀ ਤਾਂ ਉਹਨਾਂ ਨੂੰ ਇਹਦੇ ਜਿਹੜਾ ਵਿੱਚ ਸਿਰਫ ਪਾਣੀ ਨਜ਼ਰ ਆਉਂਦਾ ਸੀ, ਉਹ ਵੀ ਥੋੜ੍ਹਾ ਵਿਸਤਾਰ ਨਾਲ ਦੱਸਿਓ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਇੱਥੋਂ ਦੇ ਜੋ ਪ੍ਰਬੰਧਕ ਹਨ ਏਅਰਪੋਰਟ ਦੇ ਅਫਸਰ ਲੋਕ, ਉਹਨਾਂ ਨੇ ਰੁਕਾਵਟ ਇਸ ਕਰਕੇ ਪਾਈ ਕਿ ਸਾਡਾ ਕੰਮ ਰੁਕਦਾ। ਉਹ ਉਸ ਵਕਤ ਦੀ ਰੁਕਾਵਟ ਨਹੀਂ, ਹੁਣ ਵੀ ਰੁਕਾਵਟਾਂ ਕਈ ਵਾਰ ਪੈਂਦੀਆਂ ਸਨ ਵੀ ਆਮ ਪਬਲਿਕ ਦੇ ਕਾਰਨ ਸਾਡਾ ਕੰਮ ਰੁਕਦਾ ਹੈ। ਜਹਾਜ਼ ਰੋਕਣੇ ਪੈ ਜਾਂਦੇ ਕਿਉਂਕਿ ਜਿਹੜੀ ਜਹਾਜ਼ ਦੀ ਪੱਟੀ ਇੱਧਰਲੇ ਪਾਸੇ ਨੂੰ ਹੈ, ਪਰ ਇਹ ਰੁਕਦਾ ਨਹੀਂ। ਅਸਲ ਦੇ ਵਿੱਚ ਕੰਮ ਇਹ ਕੰਮ ਹੀ ਸੰਗਤ ਦੇ ਕਰਕੇ ਤੇ ਮਹਾਂਪੁਰਸ਼ਾਂ ਦੇ ਕਰਕੇ ਚੱਲਦਾ। ਇਹ ਠੀਕ ਹੈ
ਜਿਉਂ-ਜਿਉਂ ਉਹਨਾਂ ਨੇ ਕੰਮ ਰੋਕਣ ਦਾ ਯਤਨ ਕੀਤਾ, ਸੰਗਤ ਦੇ ਦਰਸ਼ਨ ਕਰਵਾਉਣ ਰੁਕਾਵਟਾਂ ਪਾਉਣ ਦਾ ਯਤਨ ਕੀਤਾ, ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟਾਂ ਪਈਆਂ ਤੇ ਜਿੰਨੇ ਵੀ ਭਾਵਨਾ ਸਹਿਤ ਦਰਸ਼ਨ ਕਰਨ ਵਾਸਤੇ ਸੰਗਤ ਨੂੰ ਖੁੱਲ੍ਹ ਦਿੱਤੀ ਹੈ, ਉਹਦੇ ਰੁਕੇ ਕੰਮ ਵੀ ਚੱਲੇ ਹਨ। ਇਹ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਵੀ ਜਿੰਨੇ ਵੀ ਪਾਇਲਟ ਸਨ ਜਿਹੜੇ ਆਪ ਹੁਦਰੇ ਹੋ ਕੇ ਚੱਲੇ, ਉਹਨਾਂ ਨੂੰ ਪਾਣੀ ਦਿਖਿਆ ਤੇ ਜਿਹੜੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਮਹਾਂਪੁਰਸ਼ਾਂ ਦੇ ਸਤਿਕਾਰ ਹਿੱਤ ਚੱਲਦੇ ਸਨ, ਉਹਨਾਂ ਦੇ ਵਿਗੜੇ ਕੰਮ ਵੀ ਰਾਸ ਹੋ ਜਾਂਦੇ ਸਨ। ਦੁਨੀਆ ਭਰ ਦੇ ਵਿੱਚ ਇੱਕੋ ਹੀ ਏਅਰਪੋਰਟ ਹੈ ਸ਼੍ਰੀ ਗੁਰੂ ਰਾਮਦਾਸ, ਤੇ ਇੱਕੋ ਹੀ ਏਅਰਪੋਰਟ ਹੈ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਹੈ ਤੇ ਗੁਰਦੁਆਰਾ ਬਾਬਾ ਜਵੰਤ ਸਿੰਘ ਜੀ ਦੇ ਅਸਥਾਨ ਦਾ ਇਹ ਨਾਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਧੰਨਵਾਦ ਜੀ। ਸੋ ਤੁਸੀਂ ਸੁਣਿਆ ਕਿ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਦਾ ਇਤਿਹਾਸ ਤੋਂ ਤੁਹਾਨੂੰ ਇੱਥੋਂ ਦੇ ਜਿਹੜੇ ਮੁੱਖ ਗ੍ਰੰਥੀ ਨੇ ਉਹਨਾਂ ਨੇ ਜਾਣੂ ਕਰਵਾਇਆ। ਜੇਕਰ ਤੁਸੀਂ ਵੀ ਇੱਥੋਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੰਮ੍ਰਿਤਸਰ ਤੋਂ ਤੁਹਾਨੂੰ 15 ਕਿਲੋਮੀਟਰ ਦੂਰੀ ਤੇ ਆਉਣਾ ਪਏਗਾ। ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਟੀਵੀ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।